ਪਹਿਲਾਂ ਇੱਕ ਵਾਰੀ ਥੋੜਾ ਜਿਹਾ ਬਰੀਫ 'ਚ ਦੱਸ ਦਿਓ ਵੀ ਇਹਦਾ ਇਮੀਗ੍ਰੈਂਟਸ ਦੇ ਉੱਤੇ ਜਾਂ ਇਮੀਗ੍ਰੈਂਟ ਬੱਚਿਆਂ ਦੇ ਉੱਤੇ ਕਿੰਨਾ ਕੁ ਅਸਰ ਪੈ ਸਕਦਾ ਹੈਗਾ। ਅਸਰ ਇਦਾਂ ਪੈ ਸਕਦਾ, ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਹੋਈ ਹੈ ਕਿ ਅਹ, ਕਹਿੰਦੇ ਕਿ ਇੱਕ ਵਾਰੀ ਜਿਹੜੀ ਸੁਪਰੀਮ ਕੋਰਟ ਨੇ ਚੀਜ਼ ਡਿਸਾਈਡ ਕਰਤੀ, ਪੱਥਰ ਤੇ ਲਕੀਰ ਹੋ ਜਾਂਦੀ ਸੀਗੀ, ਅਨਲੈਸ ਉਹਨੂੰ ਕੋਈ ਵਾਕਈ ਬਹੁਤ ਵੱਡਾ ਜਿਹੜਾ ਇਦਾਂ ਦਾ ਕੋਈ ਮੁੱਦਾ ਛੜਿਆ ਕਿ ਦੁਬਾਰਾ ਉਹਨਾਂ ਨੂੰ ਸੁਣਨਾ ਪਵੇ। ਸੋ 73 ਦੇ ਵਿੱਚ ਇਹ ਫਾਈਨਲ ਹੋ ਗਈ, ਫਿਰ 92 ਚ ਫੇਰ ਹੋ ਗਈ। ਪਰ ਕੀ ਸੀਗਾ ਕਿ ਦੂਜੀ ਵਿਰੋਧੀ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਫਾਈਟ ਆਪਣੀ ਜਾਰੀ ਰੱਖੀ, ਇੰਨੀ ਦੇਖੋ 50-60 ਸਾਲ ਦੀ। ਤੇ ਜਦੋਂ ਦੁਬਾਰਾ ਫਿਰ ਇਹ ਹੁਣ ਜਾ ਕੇ ਰਿਵਰਸ ਹੋ ਗਿਆ ਇਦਾਂ ਦਾ ਇਤਿਹਾਸਿਕ ਫੈਸਲਾ, ਇਹਦੇ ਨਾਲ ਕੀ ਹੋਇਆ ਕਿ ਇੱਕ ਸੁਪਰੀਮ ਕੋਰਟ ਦੀ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਆ। ਲੋਕੀ ਤਾਂ ਇਹ ਕਹਿੰਦੇ ਆ ਕਿ ਹੁਣ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਜਿਹੜੇ ਲੀਗਲ ਐਕਸਪਰਟ ਆ, ਕਿ ਸੁਪਰੀਮ ਕੋਰਟ ਤਾਂ ਸਭ ਤੋਂ ਡੇਂਜਰਸ ਇੰਸਟੀਟਿਊਸ਼ਨ ਬਣ ਗਿਆ ਅਮਰੀਕਾ ਦਾ, ਤੇ ਜਿਹੜਾ ਕੁਝ ਵੀ ਚੇਂਜ ਜਿਹੜਾ ਉਹ ਕਰ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਦਰਵਾਜ਼ਾ ਖੁੱਲ ਗਿਆ ਕਿ ਕੁਝ ਵੀ ਹੁਣ ਹੋ ਸਕਦਾ। ਤੇ ਜੇ ਇਦਾਂ ਹੀ ਇਹ ਕੰਜ਼ਰਵੇਟਿਵ ਚੱਲਦਾ ਰਿਹਾ ਤੇ ਹੁਣ ਅਗਲੀਆਂ ਸਟੇਟਾਂ ਕੀ ਕਰੂਗੀਆਂ ਕਿ ਜੇ ਉਹ ਅਬੋਰਸ਼ਨ ਵਾਲੇ ਨਾਲ ਐਡੇ ਇੰਪੋਰਟੈਂਟ ਮੁੱਦੇ ਨਾਲ, ਜਿਹਦੇ ਵਿੱਚ ਮੈਜੋਰਟੀ ਆਫ ਅਮਰੀਕਨ ਐਗਰੀ ਕਰਦੇ ਆ ਕਿ ਨਹੀਂ ਹੋਣਾ ਚਾਹੀਦਾ, ਉੱਥੇ ਪੰਗਾ ਲੈ ਸਕਦੇ ਆ ਕਾਨੂੰਨਾਂ। ਤਾਂ ਜਿਹੜੇ ਇਮੀਗ੍ਰੈਂਟ ਵਾਲੇ ਜਿਹੜੇ ਕੇਸ ਸੀਗੇ ਉੱਤੇ ਵੀ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਫਿਰ ਉਹ ਉੱਥੇ ਵੀ ਪੰਗਾ ਲਊਗੇ। ਫਿਰ ਦੁਬਾਰਾ ਉਹ ਜਿਹੜੇ ਡਾਕਾ ਵਾਲੇ ਇਲੀਗਲ ਬੰਦਿਆਂ ਦੇ ਬੱਚਿਆਂ ਦੇ ਐਜੂਕੇਸ਼ਨ ਵਾਲੇ, ਉਹ ਸਾਰੇ ਜਿਹੜੇ ਕੇਸ ਸੀਗੇ ਉਹ ਹੁਣ ਚੈਲੰਜ ਹੋ ਸਕਦੇ ਆ। ਇਨਕਲੂਡਿੰਗ ਹੈਲਥ ਇੰਸ਼ੋਰੈਂਸ ਵਾਲੇ ਵੀ ਜਿਹੜੇ ਕੇਸ ਸੀਗੇ, ਸਟੇਟ ਉਹ ਵੀ ਕਹਿ ਸਕਦੀ ਹੈ ਕਿ ਕੱਚਿਆਂ ਨੂੰ ਜਿਹੜੀ ਇਦਾਂ ਦੇ ਲਾਅ ਜਿਹੜੇ ਉਹ ਸੁਪਰੀਮ ਕੋਰਟ ਤੱਕ ਜਾ ਸਕਦੇ ਆ। ਹੋਪਫੁਲੀ ਨਾ ਜਾਣ, ਹੋਪਫੁਲੀ ਉੱਦਾਂ ਦੀ ਨੌਬਤ ਨਾ ਆਵੇ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਇਮੀਗ੍ਰੈਂਟ ਆ ਉਹਨਾਂ ਦਾ ਆਉਣ ਦਾ ਰੀਜ਼ਨ ਇਹੀ ਹੁੰਦਾ ਕਿ ਆਪਾਂ ਆਪਣੇ ਜਿਹੜੀ ਕੰਟਰੀ ਆ ਉਹਨਾਂ ਦੇ ਸਿਸਟਮ ਤੋਂ ਤੌਬਾ ਕਰਕੇ ਆਉਂਦੇ ਆ ਕਿ ਇੱਥੇ ਬਹੁਤ ਵਧੀਆ ਸਿਸਟਮ ਆ, ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਦਾ। ਪਰ ਜੇ ਸਾਨੂੰ ਇੱਥੇ ਆ ਕੇ ਬਰਾਬਰ ਦੇ ਹੱਕ ਹੀ ਨਾ ਮਿਲੇ ਤਾਂ ਫਿਰ ਸਾਡੀ ਨਜ਼ਰਾਂ ਦੇ ਵਿੱਚ ਵੀ ਇਹ ਕੰਟਰੀ ਦੀ ਰੈਪੂਟੇਸ਼ਨ, ਜੇ ਇਕੱਲੇ ਪੈਸੇ ਕਮਾਉਣ ਦੀ ਗੱਲ ਆ ਗਈ ਤਾਂ ਫਿਰ ਕਾਫੀ ਸਾਰੇ ਲੋਕੀ ਜਿਹੜੇ ਸੀਗੇ ਉਹ ਇੰਟਰਸਟਿਡ ਨਹੀਂ ਹੋਊਗੇ ਜੀ। ਸੋ ਜਿਹੜਾ ਇਹ ਪਲਾਨ ਪੇਰੈਂਟਹੁੱਡ ਵਰਸਸ ਕੈਸੀ ਦਾ ਕੇਸ ਸੀ, ਇਹ ਕਿਹੜਾ ਕੇਸ ਸੀਗਾ? ਜਿਹੜਾ ਜੀ ਸੋ ਜਿਹੜਾ ਕੇਸੀ ਦਾ ਕੇਸ ਸੀਗਾ, ਇਹਦੇ ਵਿੱਚ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਜਿਹੜਾ ਸੀਗਾ ਰੋ ਵਰਸਸ ਵੇਡ, ਉਹਦੀ ਰੂਲਿੰਗ ਉਹਨਾਂ ਨੇ ਫਰਮ ਕਰਤੀ। ਪਰ ਉਹਨਾਂ ਨੇ ਕਿਹਾ ਕਿ ਜਿਹੜਾ ਟ੍ਰਾਈਮੈਸਟਰ ਵਾਲਾ ਤੁਸੀਂ ਸਿਸਟਮ ਲਾਇਆ ਉਹ ਸਹੀ ਨਹੀਂ ਹੈਗਾ, ਕਿਉਂਕਿ ਮੈਡੀਕਲ ਐਡਵਾਂਸਿਸ ਹੋ ਗਏ ਉਦੋਂ। ਸੋ ਉਹਨਾਂ ਨੇ ਜਿਹੜਾ ਟ੍ਰਾਈਮੈਸਟਰ ਸਿਸਟਮ ਸੀਗਾ ਉਹਨੂੰ ਹਟਾ ਕੇ ਕੇਸੀ ਦੇ ਕੇਸ ਦੇ ਵਿੱਚ ਫੀਟਲ ਵਾਇਬਿਲਿਟੀ, ਕਿ ਫੀਟਸ ਜਿਹੜਾ ਹੈਗਾ ਵਾਇਬਲ ਹੈਗਾ ਕਿ ਨਹੀਂ ਹੈਗਾ, ਸਟੈਂਡਰਡ ਜਿਹੜਾ ਸੀਗਾ ਮੈਡੀਕਲ ਐਡਵਾਂਸਿਸ ਦੇ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਟ੍ਰਾਈਮੈਸਟਰ ਸਿਸਟਮ ਦੇ ਹਿਸਾਬ ਨਾਲ ਨਹੀਂ ਜਾਣਾ, ਆਪਾਂ ਫੀਟਲ ਵਾਇਬਿਲਿਟੀ ਦੇ ਹਿਸਾਬ ਨਾਲ ਜਾਣਾ। ਤੇ ਇਹ ਕੇਸ ਇਹ ਸੀਗਾ ਕਿ ਇਹਦੇ ਵਿੱਚ ਜਿਹੜੇ ਪਲੇਂਟਿਫ ਸੀਗੇ ਉਹਨਾਂ ਨੇ ਪੈਂਸਿਲਵੇਨੀਆ ਅਬੋਰਸ਼ਨ ਕੰਟਰੋਲ ਐਕਟ ਇੱਕ ਪਾਸ ਹੋਇਆ 1982 ਦੇ ਵਿੱਚ ਜੀ, ਤੇ ਇਹਦੇ ਵਿੱਚ ਜਿਹੜੇ ਪਲੇਂਟਿਫ ਸੀਗੇ ਉਹਨਾਂ ਨੇ ਇਹ ਜਿਹੜਾ ਕਾਨੂੰਨ ਪੈਂਸਿਲਵੇਨੀਆ ਦਾ ਸੀਗਾ, ਇਹਦੇ ਵਿੱਚ ਹੁਣ 5 ਧਾਰਾਵਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਚੈਲੰਜ ਕੀਤੀਆਂ। ਸੋ ਹੋਇਆ ਕੀ ਸੀਗਾ ਕਿ ਰੋ ਵਰਸਸ ਵੇਡ ਨੇ ਪਹਿਲਾਂ ਹੀ ਹਿਸਾਬ ਕਿਤਾਬ ਦੱਸਤਾ ਕਿ ਕਿੱਦਾਂ ਦੇ ਲਾਅ ਤੁਸੀਂ ਪਾਸ ਕਰਨੇ ਆ, ਸਟੈਂਡਰਡ ਕੀ ਹੋਣਾ ਚਾਹੀਦਾ। ਹੁਣ ਰੋ ਵਰਸਸ ਵੇਡ ਕੋਈ ਲਾਅ ਐਕਚੁਅਲ ਚ ਨਹੀਂ ਲਿਖਿਆ ਗਿਆ, ਉਹਨੇ ਬਸ ਇਹੀ ਦੱਸਿਆ ਕਿ ਕਿਹੜੀ ਚੀਜ਼ ਇਨਵੈਲਿਡ ਹੋਊਗੀ, ਕਿਹੜੀ ਵੈਲਿਡ ਹੋਊਗੀ। ਤੇ ਹੁਣ ਪੈਂਸਿਲਵੇਨੀਆ ਅਬੋਰਸ਼ਨ ਕੰਟਰੋਲ ਐਕਟ 1982 ਚ ਪਾਸ ਹੋਇਆ ਪੈਂਸਿਲਵੇਨੀਆ ਸਟੇਟ ਦੇ ਵਿੱਚ। ਇਹਦੇ ਵਿੱਚ 5 ਧਾਰਾ ਸੀਗੀਆਂ। ਸੋ ਪਹਿਲਾਂ ਉਹ ਇਹ ਕਹਿੰਦੇ ਕਿ ਇਨਫੋਰਮਡ ਕੰਸੈਂਟ, ਕਿ ਜਦੋਂ ਪੇਸ਼ੈਂਟ ਕਲੀਨਿਕ 'ਚ ਜਾਂਦਾ ਉਹਨੂੰ ਲਿਟਰੇਚਰ ਦਿਓ, ਉਹਨੂੰ 24 ਘੰਟੇ ਉਹਨੂੰ ਪਹਿਲਾਂ ਕਹੋ ਕਿ ਤੁਸੀਂ ਪੜ੍ਹ ਕੇ ਆਓ, ਫਿਰ ਅਗਲੇ ਦਿਨ ਜਿਹੜਾ ਸੀਗਾ ਫਿਰ ਜਾ ਕੇ ਆਇਓ, ਤਾਂ ਕਿ ਮੇ ਵੀ ਤੁਸੀਂ ਇਮੋਸ਼ਨਲ ਫੈਸਲਾ ਕਰ ਰਹੇ ਆ, ਮੇ ਵੀ ਤੁਹਾਡਾ ਮਨ ਜਿਹੜਾ ਅਗਲੇ ਦਿਨ ਉਹ ਬਦਲ ਜਾਵੇ। ਸੋ ਇੱਕ ਤਾਂ ਆਹ ਸੀਗਾ ਕਿ 24 ਘੰਟੇ ਤੋਂ ਪਹਿਲਾਂ ਅਬੋਰਸ਼ਨ ਨਹੀਂ ਕਰ ਸਕਦੇ, ਕਿ ਲਿਟਰੇਚਰ ਇਨਫੋਰਮਡ ਕੰਸੈਂਟ ਲੈਣਾ। ਦੂਜਾ ਉਹਦੇ ਵਿੱਚ ਜਿਹੜੀ ਮੇਨ ਧਾਰਾ ਸੀਗੀ ਜਿਹਦੇ ਕਰਕੇ ਕਿ ਇਹ ਚੈਲੰਜ ਹੋਇਆ ਸੀ ਕਿ ਸਪਾਊਸਲ ਨੋਟਿਸ, ਕਿ ਤੁਸੀਂ ਆਪਣਾ ਜਿਹੜਾ ਸਪਾਊਸ ਆ, ਹਸਬੈਂਡ ਆ ਜਾਂ ਉਹਦਾ ਤੁਸੀਂ ਕੰਸੈਂਟ ਲੈਣਾ, ਰਿਟਨ ਕੰਸੈਂਟ। ਤੁਸੀਂ ਆਪਣੀ ਰਿਟਨ ਸਟੇਟਮੈਂਟ ਦੇਣੀ ਕਿ ਤੁਸੀਂ ਆਪਣੇ ਸਪਾਊਸ ਨੂੰ ਇਨਫੋਰਮ ਕਰਤਾ ਮੋਸਟ ਸਰਕਮਸਟੈਂਸਿਸ ਦੇ ਵਿੱਚ। ਤੇ ਤੀਜਾ ਇਹ ਸੀਗਾ ਕਿ ਜਿਹੜੇ ਤੁਹਾਡੇ ਪੇਰੈਂਟ, ਜੇ ਤੁਸੀਂ ਮਾਈਨਰ ਆ ਤਾਂ ਤੁਹਾਨੂੰ ਘੱਟੋ ਘੱਟ ਇੱਕ ਪੇਰੈਂਟ ਦਾ ਆਪਣਾ ਕੰਸੈਂਟ ਜਿਹੜਾ ਉਹ ਲੈਣਾ ਪੈਣਾ। ਸੋ ਹੁਣ ਪੰਗਾ ਇੱਥੇ ਪੈ ਜਾਂਦਾ ਕਿ ਸਪਾਊਸ ਦੇ ਕੇਸਿਸ ਦੇ ਵਿੱਚ ਤੁਹਾਡੇ ਅਬਿਊਜ਼ ਵਾਲੇ ਕੇਸ ਵੀ ਆ ਜਾਂਦੇ ਆ, ਤੇ ਪੇਰੈਂਟ ਕੰਸੈਂਟ ਦੇ ਵਿੱਚ ਕਈ ਵਾਰੀ ਇਦਾਂ ਆ ਜਾਂਦਾ ਕਿ ਜਿਹੜੇ ਪੇਰੈਂਟ ਸੀਗੇ ਉਹ ਬਹੁਤ ਜ਼ਿਆਦਾ ਕੰਜ਼ਰਵੇਟਿਵ ਸੀਗੇ ਤੇ ਉਹ ਕੰਸੈਂਟ ਦੇਣਾ ਨਹੀਂ ਚਾਹੁੰਦੇ ਸੀ, ਉਹ ਤਾਂ ਮਾਈਨਰਸ ਨੂੰ ਘਰੋਂ ਬਾਹਰ ਕੱਢ ਦਿੰਦੇ ਸੀਗੇ, ਇਦਾਂ ਸੀਗਾ ਜੀ। ਤੇ ਚੌਥੀ ਉਹਦੇ ਵਿੱਚ ਜੀ ਚੀਜ਼ ਆ ਗਈ ਮੈਡੀਕਲ ਐਮਰਜੈਂਸੀ, ਕਿ ਮੈਡੀਕਲ ਐਮਰਜੈਂਸੀ ਦੀ ਜਿਹੜੀ ਪੈਂਸਿਲਵੇਨੀਆ ਨੇ ਡੈਫੀਨੇਸ਼ਨ ਸੀਗੀ, ਉਹ ਸਿਰਫ ਇਹ ਉਹਨਾਂ ਨੇ ਕੀਤੀ ਸੀਗੀ ਕਿ ਮੈਡੀਕਲ ਐਮਰਜੈਂਸੀ ਦਾ ਮਤਲਬ ਇਹ ਹੈਗਾ ਕਿ ਲਾਈਫ ਡੈਥ ਵਾਲਾ ਜਿਹੜਾ ਸਿਨੈਰੀਓ ਆ, ਕਿ ਅਬੋਰਸ਼ਨ ਦੇ ਨਾਲ ਤੁਹਾਡੀ ਜਿਹੜੀ ਲਾਈਫ ਡੈਥ ਸਿਚੁਏਸ਼ਨ ਆ, ਤਾਂ ਉਹਨੂੰ ਮੈਡੀਕਲ ਐਮਰਜੈਂਸੀ ਆਪਾਂ ਕੰਸੀਡਰ ਕਰਾਂਗੇ। ਤੇ ਜਾਂ ਫਿਰ ਕੋਈ ਇਦਾਂ ਦੀ ਤੁਹਾਨੂੰ, ਜੇ ਤੁਸੀਂ ਅਬੋਰਸ਼ਨ ਨਾ ਕੀਤਾ ਤਾਂ ਕੋਈ ਇਦਾਂ ਦਾ ਤੁਹਾਨੂੰ ਇਫੈਕਟ ਪਊਗਾ ਕਿ ਤੁਹਾਡੀ ਬੋਡੀ ਦੇ ਵਿੱਚ ਮੇਜਰ ਬੋਡੀ ਫੰਕਸ਼ਨ ਤੁਹਾਡਾ ਇਫੈਕਟ ਹੋਊਗਾ। ਮਤਲਬ ਉਹਨਾਂ ਨੇ ਇੱਕ ਤਰ੍ਹਾਂ ਇਹ ਕਿਹਾ ਕਿ ਜੇ ਛੋਟੀ ਮੋਟੀ ਤੁਹਾਡੀ ਬੋਡੀ ਨੂੰ ਸੱਟ ਲੱਗਦੀ ਆ ਉਹਦੀ ਨਹੀਂ ਸਾਨੂੰ ਪਰਵਾਹ, ਜੇ ਤੁਹਾਡਾ ਕੋਈ ਮੇਜਰ ਬੋਡੀਲੀ ਫੰਕਸ਼ਨ ਜੇ ਉਹ ਇਫੈਕਟ ਹੁੰਦਾ ਤਾਂ ਆਪਾਂ ਅਬੋਰਸ਼ਨ ਕਰ ਸਕਦੇ ਹਾਂ। ਸੋ ਉਹਨਾਂ ਨੇ ਮੈਡੀਕਲ ਐਮਰਜੈਂਸੀ ਦੀ ਜਿਹੜੀ
ਡੈਫੀਨੇਸ਼ਨ ਉਹ ਰਿਸਟ੍ਰਿਕਟ ਕਰਤੀ, ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਈ ਸਾਰੀਆਂ ਰਿਪੋਰਟਿੰਗ ਰਿਕੁਆਇਰਮੈਂਟ ਜਿਹੜੀਆਂ ਉਹ ਪਾਤੀਆਂ। ਸੋ ਕਹਿਣ ਦਾ ਮਤਲਬ ਸੀਗਾ ਕਿ ਪੈਂਸਿਲਵੇਨੀਆ ਨੇ ਅਬੋਰਸ਼ਨ ਦਾ ਪ੍ਰੋਸੈਸ ਜਿਹੜਾ ਥੋੜਾ ਜਿਹਾ ਔਖਾ ਕਰਨ ਲਈ ਕਿ 24 ਘੰਟੇ ਦਾ ਇਹਨਾਂ ਨੂੰ 2 ਸਪਾਊਸ ਦਾ ਨੋਟਿਸ ਲੈ ਕੇ ਆਓ, ਪੇਰੈਂਟ ਦਾ ਕੰਸੈਂਟ ਲੈ ਕੇ ਆਓ, ਤੇ ਮੈਡੀਕਲ ਐਮਰਜੈਂਸੀ ਕੀ ਹੋਣੀ ਚਾਹੀਦੀ ਆ ਉਹ ਇਹਨਾਂ ਨੇ ਡਿਫਾਈਨ ਕੀਤੀ। ਸੋ ਉਹਦੇ ਕਰਕੇ ਜਿਹੜਾ ਸੀਗਾ ਇਹ ਜਿਹੜਾ ਕੇਸ ਸੀਗਾ ਸੁਪਰੀਮ ਕੋਰਟ ਮੂਹਰੇ ਚੱਲ ਗਿਆ। ਇਹ ਹੁਣ ਇਹਦੀ ਪੋਲਿਟਿਕਸ ਇਹ ਹੈ ਕਿ ਇਹ ਪਹਿਲਾ ਕੇਸ ਸੀਗਾ ਜਿਹਦੇ ਵਿੱਚ ਕਿ ਸੁਪਰੀਮ ਕੋਰਟ ਕੋ ਦੁਬਾਰਾ ਇੱਕ ਓਪਰਚੁਨਿਟੀ ਆਈ ਜਿਹਦੇ ਵਿੱਚ ਕਿ ਰੋ ਵਰਸਸ ਵੇਡ ਜਿਹੜਾ ਸੀਗਾ ਉਹ ਚੈਲੰਜ ਹੋ ਸਕੇ। ਸੋ ਉਦੋਂ ਜਿਹੜੀ ਪੋਲੀਟੀਕਲ ਸਟਰਕਚਰ ਸੀਗਾ ਉਹ ਇਸ ਹਿਸਾਬ ਦਾ ਸੀਗਾ ਕਿ ਜਸਟਿਸ ਜਿਹੜੇ ਬ੍ਰੈਨਨ ਸੀਗੇ ਤੇ ਮਾਰਸ਼ਲ ਸੀਗੇ, ਲਿਬਰਲ ਜਸਟਿਸ ਜਿਹੜੇ ਸੀਗੇ, ਉਹਨੂੰ ਜਾਰਜ HW ਬੁਸ਼ ਜਿਹੜੇ ਸੀਨੀਅਰ ਬੁਸ਼ ਹੈਗੇ ਆ ਉਹਨਾਂ ਨੇ ਆਲਰੇਡੀ ਜਿਹੜੇ 2 ਕੰਜ਼ਰਵੇਟਿਵ ਜੱਜ ਸੀਗੇ ਉਹਨਾਂ ਨੇ ਰਿਪਲੇਸ ਕੀਤਾ, ਡੇਵਿਡ ਸੂਟਰ ਤੇ ਕਲੈਰੈਂਸ ਥਾਮਸ। ਸੋ 2 ਜਿਹੜੇ ਸੀਗੇ ਲਿਬਰਲ ਜਸਟਿਸ ਉਹ ਜਾ ਰਹੇ ਸੀਗੇ ਤੇ 2 ਕੰਜ਼ਰਵੇਟਿਵ ਜਸਟਿਸ ਜਿਹੜੇ ਉਹ ਆ ਰਹੇ ਸੀਗੇ, ਤੇ ਉਹਨਾਂ ਦੇ ਪਹਿਲਾਂ ਹੀ ਜਿਹੜੇ ਅਬੋਰਸ਼ਨ ਦੇ ਰਿਲੇਟਡ ਕਾਫੀ ਸਟ੍ਰਿਕਟ ਜਿਹੜੇ ਵਿਊ ਸੀਗੇ। ਸੋ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਜ਼ਿਆਦਾਤਰ ਜਿਹੜਾ ਸੁਪਰੀਮ ਕੋਰਟ ਸੀਗਾ ਇਸ ਵੇਲੇ ਰਿਪਬਲਿਕਨ ਸੀਗਾ, 8 ਰਿਪਬਲਿਕਨ ਜੱਜ ਸੀਗੇ ਤੇ 6 ਦੇ ਵਿੱਚੋਂ ਇਦਾਂ ਦੇ ਸੀਗੇ ਜਿਹੜੇ ਰੀਗਨ ਜਾਂ ਜਾਰਜ ਬੁਸ਼ ਨੇ ਅਪਾਇੰਟ ਕੀਤੇ ਸੀਗੇ, ਤੇ ਉਹ ਸਾਰੇ ਜਿਹੜੇ ਸੀਗੇ ਉਹ ਰੋ ਵਰਸਸ ਵੇਡ ਦੇ ਖਿਲਾਫ ਸੀਗੇ ਜਦੋਂ ਡਿਸੀਜਨ ਲਿਖਿਆ ਜਾ ਰਿਹਾ ਸੀਗਾ। ਤੇ ਇੱਕ ਉਹ ਡੈਮੋਕ੍ਰੈਟਿਕ ਅਪਾਇੰਟੀ ਇਹਦੇ ਵਿੱਚ ਸੀਗਾ ਜਸਟਿਸ ਬਾਇਰਨ ਵਾਈਟ। ਉਹ ਵੀ ਇੱਕ ਇਹੋ ਜਿਹਾ ਡੈਮੋਕ੍ਰੈਟਿਕ ਜਸਟਿਸ ਸੀਗਾ ਜਿਹਨੇ ਕਿ ਰੋ ਦੇ ਵਿੱਚ ਡਿਸੈਂਟਿੰਗ ਜੱਜ ਸੀਗਾ ਜਿਹੜਾ ਕਿ ਐਗਰੀ ਨਹੀਂ ਕਰਦਾ ਸੀਗਾ। ਸੋ ਕਹਿਣ ਦਾ ਮਤਲਬ ਹੈਗਾ ਕਿ ਇਸ ਕੇਸ ਦੇ ਵਿੱਚ ਸਿਰਫ 2 ਜਿਹੜੇ ਜੱਜ ਸੀਗੇ ਉਹ ਰੋ ਵਰਸਸ ਵੇਡ ਨੂੰ ਸਪੋਰਟ ਕਰਦੇ ਸੀਗੇ, ਬਾਕੀ ਸਾਰੇ ਜਿਹੜੇ ਸੀਗੇ ਉਹ ਅਗੇਂਸਟ ਸੀਗੇ। ਸੋ ਇਹ ਜਿਹੜਾ ਕੇਸ ਸੀਗਾ KC ਵਾਲਾ ਕੇਸ ਸੀਗਾ, ਇਹ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ACLU ਨੇ ਆਰਗਿਊ ਕੀਤਾ, ਤੇ ਇਹਦੀ ਜਿਹੜੀ ACLU ਦੀ ਅਟਰਨੀ ਸੀਗੀ ਕੈਥਰੀਨ ਕੋਲਬਰਟ, ਇਹਨੇ ਪਲੈਨਡ ਪੇਰੈਂਟਹੁੱਡ ਵੱਲੋਂ ਆਰਗਿਊ ਕੀਤਾ। ਲਿੰਡਾ ਵਾਰਟਨ ਇਹਦੀ ਹੋਰ ਇੱਕ ਕੋ-ਲੀਡ ਕੌਂਸਲ ਸੀਗੀ। ਪੈਂਸਿਲਵੇਨੀਆ ਦਾ ਜਿਹੜਾ ਅਟਰਨੀ ਜਨਰਲ ਸੀਗਾ ਉਹਨੇ ਸਟੇਟ ਵੱਲੋਂ ਕੇਸ ਜਿਹੜਾ ਆਰਗਿਊ ਕੀਤਾ, ਤੇ ਜਦੋਂ ਇਹ ਸੁਪਰੀਮ ਕੋਰਟ ਮੂਹਰੇ ਪਹੁੰਚਿਆ ਤੇ ਜਿਹੜਾ ਯੂਨਾਈਟਿਡ ਸਟੇਟ ਸੀਗਾ ਉਹਨੇ ਐਮਿਕਸ ਕਰੇ, ਜਿੱਦਾਂ ਆਪਾਂ ਪਹਿਲਾਂ ਆਪਣੇ ਸ਼ੋਅ ਦੇ ਵਿੱਚ ਐਕਸਪਲੇਨ ਕੀਤਾ ਕਿ ਉਹ ਹੁੰਦਾ ਕਿ ਫਰੈਂਡ ਆਫ ਦਾ ਕੋਰਟ, ਕਿ ਆਪਾਂ ਵੀ ਇੰਟਰਸਟਿਡ ਪਾਰਟੀ ਆ, ਸਾਡਾ ਵੀ ਮਸ਼ਵਰਾ ਜਿਹੜਾ ਉਹ ਸੁਣਿਆ ਜਾਵੇ। ਤੇ ਜਿਹੜਾ ਸੋਲਿਸਿਟਰ ਜਨਰਲ ਕੈਨ ਸਟਾਰ ਸੀਗਾ ਬੁਸ਼ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਨੇ ਇਹ ਜਿਹੜਾ ਐਕਟ ਸੀਗਾ ਇਹਨੂੰ ਡਿਫੈਂਡ ਕੀਤਾ ਕਿ ਇਹ ਆਰਗਿਊ ਕੀਤਾ ਕਿ ਇਹ ਜਿਹੜਾ ਰੋ ਵਰਸਸ ਵੇਡ ਹੈਗਾ ਇਹ ਗਲਤ ਡਿਸਾਈਡ ਹੋਇਆ, ਇਹਨੂੰ ਤੁਸੀਂ ਓਵਰਰੂਲ ਕਰ ਦਿਓ। ਮਤਲਬ ਇਹ ਜਿਹੜੀ ਫਾਈਟ ਸੀਗੀ 1973 ਚ ਰੋ ਵਰਸਸ ਵੇਡ ਹੋਇਆ, ਫਿਰ 92 ਦੇ ਵਿੱਚ KC ਦੇ ਕੋਰਟ ਦੇ ਵਿੱਚ, ਉਦੋਂ ਦੇ ਇਹ ਸਾਰੇ ਜਿਹੜੇ ਗਰੁੱਪ ਆ ਇਹ ਫਾਈਟ ਕਰਨ ਲੱਗੇ ਹੋਏ ਆ ਕਿ ਇਹ ਜਿਹੜਾ ਰੋ ਵਰਸਸ ਵੇਡ ਆ ਇਹਨੂੰ ਓਵਰਟਰਨ ਕੀਤਾ ਜਾਵੇ, ਇਹ ਗਲਤ ਫੈਸਲਾ ਜਿਹੜਾ ਲਿਆ ਗਿਆ। ਤੇ ਹੁਣ KC ਦੇ ਵਿੱਚ ਸੀਗਾ 1992 ਦੇ ਵਿੱਚ ਫਿਰ ਦੁਬਾਰਾ ਇੱਕ ਮੌਕਾ ਬਣਿਆ, ਕੋਰਟ ਦੇ ਮੂਹਰੇ ਇਹ ਪਹੁੰਚ ਗਿਆ, ਜਿਹਦੇ ਵਿੱਚ ਆਪਾਂ ਦੱਸਿਆ ਕਿ ਮੈਜੋਰਟੀ ਆਫ ਕੋਰਟ ਜਿਹੜਾ ਸੀਗਾ ਉਹ ਕੰਜ਼ਰਵੇਟਿਵ ਸੀਗਾ, ਰਿਪਬਲਿਕਨ ਪਾਰਟੀ ਸੀਗੇ ਜੀ। ਸੋ ਹੋਇਆ ਕੀ ਸੀਗਾ ਕੇਸ ਦੇ ਵਿੱਚ ਕਿ ਜਿਹੜੇ ਪਲੈਂਟਿਫ ਸੀਗੇ ਉਹ ਸੀਗੇ, ਪਲੈਂਟਿਫ ਹੁੰਦਾ ਜਿਹੜਾ ਬੰਦਾ ਕੇਸ ਕਰਦਾ, ਉਹ 5 ਅਬੋਰਸ਼ਨ ਕਲੀਨਿਕ ਸੀਗੇ ਪੈਂਸਿਲਵੇਨੀਆ ਦੇ, ਤੇ ਇਹ ਜਿਹੜੇ ਫਿਜ਼ੀਸ਼ੀਅਨ ਸੀਗੇ ਸਾਰਿਆਂ ਨੇ ਰਲ ਕੇ ਜਿਹੜਾ ਸੀਗਾ ਕੇਸ ਉਹ ਕੀਤਾ ਸੀਗਾ, ਤੇ ਇੱਕ ਫਿਜ਼ੀਸ਼ੀਅਨ ਸੀਗਾ ਉਹਨੇ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ। ਤੇ ਈਸਟਰਨ ਡਿਸਟ੍ਰਿਕਟ ਆਫ ਪੈਂਸਿਲਵੇਨੀਆ ਦੇ ਵਿੱਚ ਇਹ ਕੇਸ ਇਹਨਾਂ ਨੇ ਕੀਤਾ ਕਿ ਇਹ ਜਿਹੜਾ ਲਾਅ ਜਿਹੜਾ ਬਣਾਇਆ ਇਹਨਾਂ ਨੇ 5 ਰਿਸਟ੍ਰਿਕਸ਼ਨਸ ਲਗਾਈਆਂ, ਇਹ ਇਲੀਗਲ ਆ, ਇਹਨੂੰ ਇਹ ਲਾਅ ਨੂੰ ਤੋੜਿਆ ਜਾਵੇ ਜੀ। ਤੋ ਜਦੋਂ ਇਹ ਕੇਸ ਇਹਨਾਂ ਨੇ ਫਾਈਲ ਕਰਤਾ ਤਾਂ ਉਦੋਂ ਥੋੜੀ ਜਿਹੀ ਬੈਟਲ ਇਹਨਾਂ ਦੀ ਸੌਖੀ ਸੀਗੀ। ਇਹਨਾਂ ਨੇ ਕਿਹਾ ਕਿ ਆਲਰੇਡੀ ਰੋ ਵਰਸਸ ਵੇਡ ਡਿਸਾਈਡਡ ਆ ਤੇ ਤੁਸੀਂ ਇੰਜੰਕਸ਼ਨ ਲਾਓ, ਤਾਂ ਜਿਹੜਾ ਈਸਟਰਨ ਡਿਸਟ੍ਰਿਕਟ ਆਫ ਪੈਂਸਿਲਵੇਨੀਆ ਉਹਨੇ ਇੰਜੰਕਸ਼ਨ ਗ੍ਰਾਂਟ ਕਰਤੀ ਕਿ ਇਹ ਲਾਅ ਜਿਹੜਾ ਤੁਸੀਂ ਅਨਕਨਸਟੀਟਿਊਸ਼ਨਲ ਹੈ, ਇਹਨੂੰ ਤੁਸੀਂ ਲਾਗੂ ਨਹੀਂ ਕਰ ਸਕਦੇ ਜੀ। ਤੇ ਸਾਰੀਆਂ ਪ੍ਰੋਵੀਜ਼ਨ ਜਿਹੜੀਆਂ ਸੀਗੀਆਂ ਉਹਨਾਂ ਨੇ ਅਨਕਨਸਟੀਟਿਊਸ਼ਨਲ ਕਰਤੀਆਂ। ਫਿਰ ਜਿਹੜੀ ਸਟੇਟ ਸੀਗੀ ਉਹ ਚਲ ਗਈ ਸਰਕਿਟ ਕੋਰਟ ਦੇ ਕੋਲ, 3rd ਸਰਕਿਟ ਕੋਰਟ ਆਫ ਅਪੀਲਸ। ਸੋ ਇਹ ਦੱਸਦੇ ਜਾਈਏ ਕਿ ਜਿਹੜੇ ਸਰਕਿਟ ਕੋਰਟ ਆਫ ਅਪੀਲ ਆ, ਇਹ ਸਾਡੇ ਜਿਹੜੀ ਆਡੀਅנס ਉਹਨਾਂ ਨੂੰ ਪਤਾ ਕਿ ਇਮੀਗ੍ਰੇਸ਼ਨ ਦੇ ਕੇਸ ਜਦੋਂ ਹੁੰਦੇ ਆ ਉਦੋਂ ਵੀ ਸਰਕਿਟ ਕੋਰਟ ਦੇ ਕੋਲ ਹੀ ਜਾਂਦੇ ਆ। ਸੋ ਇਹ ਸਰਕਿਟ ਕੋਰਟ ਆਫ ਅਪੀਲਸ ਸਿਰਫ ਇਮੀਗ੍ਰੇਸ਼ਨ ਦੇ ਕੇਸ ਨਹੀਂ, ਮਤਲਬ ਕਿ ਸਾਰੇ ਜਿਹੜੇ ਇੰਪੋਰਟੈਂਟ ਕੇਸ ਆ ਉਹ ਸੁਣਦਾ, ਤੇ ਸੁਪਰੀਮ ਕੋਰਟ ਕੋ ਜਾਣ ਦਾ ਰਸਤਾ ਸਰਕਿਟ ਕੋਰਟ ਦੇ ਥਰੂ ਹੀ ਲਾਗੂ ਹੁੰਦਾ। ਤੇ ਜ਼ਿਆਦਾਤਰ ਜਿਹੜਾ ਸਰਕਿਟ ਕੋਰਟ ਆ ਸਭ ਤੋਂ ਵੱਡਾ ਮੰਨਿਆ ਜਾਂਦਾ, ਸਾਰੇ ਜਿਹੜੇ ਫੈਸਲੇ ਆ ਸਰਕਿਟ ਕੋਰਟ ਤੇ ਐਂਡ ਹੋ ਜਾਂਦੇ ਆ। ਸੁਪਰੀਮ ਕੋਰਟ ਕੋ ਇੰਨਾ ਟਾਈਮ ਨਹੀਂ ਹੈਗਾ ਕਿ ਹਰੇਕ ਕੇਸ ਜਿਹੜਾ ਉਹ ਸੁਣਦਾ। ਸੋ ਇਹ ਸਰਕਿਟ ਕੋਰਟ ਅਪੀਲ ਦੇ ਕੋਲ ਕੇਸ ਪਹੁੰਚ ਗਿਆ, ਤੇ ਸਰਕਿਟ ਕੋਰਟ ਨੇ ਜਿਹੜਾ ਸੀਗਾ ਇਹ ਕਈ ਧਾਰਾਵਾਂ, ਕਈ ਰੈਗੂਲੇਸ਼ਨ ਇਹਨਾਂ ਨੇ ਮੰਨ ਲਈ, ਇਹਨਾਂ ਦੀਆਂ ਕਈ ਇਹਨਾਂ ਨੇ ਡਿਨਾਈ ਕਰਤੀਆਂ। ਸੋ ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਉਹ ਵਾਲੇ ਕੇਸਾਂ ਦੇ ਵਿੱਚ ਜਿੱਥੇ ਕਿ ਸਪਾਊਸ ਅਬਿਊਜ਼ ਆ ਜਾਂ ਡੋਮੈਸਟਿਕ ਵਾਇਲੈਂਸ ਆ, ਜਾਂ ਜਿਹੜਾ ਹਸਬੈਂਡ ਉਹ ਕੰਟਰੋਲਿੰਗ ਆ, ਕਿ ਫਾਈਨੈਂਸ਼ੀਅਲ ਕੰਟਰੋਲ ਰੱਖਦਾ ਘਰ ਵਾਲੀ ਤੇ, ਤਾਂ ਹਸਬੈਂਡ ਦਾ ਜਿਹੜਾ ਕੰਸੈਂਟ ਆ ਉਹ ਲੈਣਾ ਥੋੜਾ ਜਿਹਾ ਔਖਾ ਹੋ ਜਾਣਾ ਵੂਮਨ ਦੇ ਲਈ। ਤਾਂ ਆਹ ਵਾਲੀ ਜਿਹੜੀ ਪ੍ਰੋਵੀਜ਼ਨ ਆ ਉਹ ਜਿਹੜੀ ਤੁਹਾਡੀ
ਅਨਕਨਸਟੀਟਿਊਸ਼ਨਲ ਆ। ਸੋ ਉਦੋਂ ਜਿਹੜਾ ਸਰਕਟ, ਹੁਣ ਇਹ ਦੇਖਿਓ ਕਿ ਸਾਡੇ ਅੱਜ ਦਾ ਜਿਹੜਾ ਕੇਸ ਆਪਾਂ ਡਿਸਕਸ ਕਰਨਾ, ਉਹਦੀ ਬੈਕਗਰਾਉਂਡ ਦੇਖੋ ਤੁਸੀਂ ਕਿੱਥੇ ਤੱਕ ਜਾਂਦੀ ਹੈ। ਕਿ ਉਦੋਂ ਆਹ ਜਦੋਂ 1992 ਦੇ ਵਿੱਚ ਕੇਸ ਸੀਗਾ ਸਰਕਟ ਕੋਰਟ ਦੇ ਵਿੱਚ, ਮਤਲਬ ਹੋਰ ਕਿਸੇ ਸਰਕਟ 'ਚ ਨਹੀਂ, ਪੈਂਸਿਲਵੇਨੀਆ ਦਾ ਜਿਹੜਾ ਥਰਡ ਸਰਕਟ ਲੱਗਦਾ ਉਹਦੇ ਵਿੱਚ ਸੀਗਾ। ਤੇ ਉਹ ਥਰਡ ਸਰਕਟ ਦੇ ਵਿੱਚ ਜੱਜ ਸੈਮੂਅਲ ਅਲੀਟੋ ਸੀਗੇ। ਉਹ 3 ਜੱਜਾਂ ਨੇ ਜਿਹੜਾ ਡਿਸੀਜਨ ਦਿੱਤਾ ਸੀਗਾ, ਤੇ ਉਹਦੇ ਵਿੱਚ ਇੱਕ ਜੱਜ ਸੈਮੂਅਲ ਅਲੀਟੋ ਸੀਗੇ, ਜਿਹੜੇ ਕਿ ਅੱਜ ਦੇ ਸੁਪਰੀਮ ਕੋਰਟ ਦੇ ਡਿਸੀਜਨ ਦਾ ਮੇਨ ਡਿਸੀਜਨ ਉਹਨਾਂ ਨੇ ਸੁਣਾਇਆ। ਸੋ ਉਦੋਂ ਜਿਹੜੇ ਜੱਜ ਅਲੀਟੋ ਸੀਗੇ ਉਹ ਓਪੋਜ਼ ਕਰਦੇ ਸੀਗੇ ਰੋ ਵਰਸਸ ਵੇਡ ਨੂੰ। ਸੋ ਤੁਸੀਂ ਦੇਖੋ ਕਿ ਬੈਕਗਰਾਉਂਡ ਕਿੰਨੀ ਪੁਰਾਣੀ, 1973 ਤੋਂ ਲੈ ਕੇ ਫਿਰ 92 ਦੇ ਵਿੱਚ ਉਹ ਇਨਵੋਲਵ ਸੀਗੇ। ਤਾਂ ਉਦੋਂ ਜਿਹੜੇ 3 ਜੱਜ ਸੀਗੇ, ਜਸਟਿਸ ਅਲੀਟੋ ਨੇ ਫੈਸਲਾ ਸੁਣਾਇਆ ਸੀਗਾ, ਤੇ ਫਿਰ ਓਵਰ ਅ ਪੀਰੀਅਡ ਆਫ ਟਾਈਮ ਉਹ ਸੁਪਰੀਮ ਕੋਰਟ ਦੇ ਵਿੱਚ ਆਏ। ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਡੌਬਸ ਵਰਸਸ ਜੈਕਸਨ, ਜਿਹੜਾ ਹੁਣ ਆਪਾਂ ਕੇਸ ਜਿਹੜਾ ਡਿਸਕਸ ਕਰਨਾ, ਉਹਦੇ ਬਾਰੇ ਫੈਸਲਾ ਜਿਹੜਾ ਉਹਨਾਂ ਨੇ ਦਿੱਤਾ। ਤੇ ਆ ਜਿਹੜਾ ਸੀਗਾ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦੇ ਵਿੱਚ ਕੀ ਹੋਇਆ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਰੋ ਵਰਸਸ ਵੇਡ ਦਾ ਟ੍ਰਿਮੈਸਟਰ ਫਰੇਮਵਰਕ ਆ, ਕਿ ਟ੍ਰਿਮੈਸਟਰ ਦੇ ਹਿਸਾਬ ਨਾਲ ਨਹੀਂ ਆਪਾਂ ਜਾਣਾ, ਆਪਾਂ ਇੱਕ ਫੀਟਲ ਵਾਇਬਿਲਿਟੀ ਸਟੈਂਡਰਡ ਦੇ ਹਿਸਾਬ ਨਾਲ ਜਾਣਾ, ਜਿਹਦੇ ਵਿੱਚ ਕਿ ਆਪਾਂ ਇਹ ਦੇਖਣਾ ਕਿ 24 ਵੀਕਸ ਤੋਂ ਬਾਅਦ ਜਿਹੜੀ ਪ੍ਰੈਗਨੈਂਸੀ ਆ ਉਹ ਫੀਟਲ ਜਿਹੜਾ ਵਾਇਬਲ ਹੋ ਜਾਂਦਾ, ਤੇ 24 ਵੀਕਸ ਤੋਂ ਬਾਅਦ 24 ਹਫ਼ਤਿਆਂ ਤੋਂ ਬਾਅਦ ਸਟੇਟ ਨੂੰ ਪੂਰਾ ਹੱਕ ਹੈਗਾ ਕਿ ਉਹ ਅਬੋਰਸ਼ਨ ਦੇ ਰਿਲੇਟਡ ਜਿਹੜੀ ਆਪਣੀ ਰੈਗੂਲੇਸ਼ਨ ਉਹ ਬਣਾ ਸਕਦੀ ਆ। ਤੇ ਸਟ੍ਰਿਕਟ ਜਿਹੜਾ ਸਕਰੂਟਨੀ ਸੀਗੀ ਉਹ ਵਾਲਾ ਸਟੈਂਡਰਡ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ। ਆਪਾਂ ਅਨਡਿਊ ਬਰਡਨ ਵਾਲਾ ਜਿਹੜਾ ਸਟੈਂਡਰਡ ਉਹ ਅਪਲਾਈ ਕਰਨਾ। ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਥੋੜੇ ਜਿਹੇ ਹੱਕ ਉਸ ਵੇਲੇ ਖੋਲੇ ਸੀਗੇ, ਪਰ ਫਿਰ ਵੀ ਜਿਹੜਾ ਸੀਗਾ ਕੇਸੀ ਵਾਲਾ ਜਿਹੜਾ ਡਿਸੀਜਨ ਸੀਗਾ, ਕਾਫੀ ਚੀਜ਼ਾਂ ਉਹਨਾਂ ਨੇ ਰੋ ਵਰਸਸ ਵੇਡ ਦੀਆਂ ਮੇਨਟੇਨ ਰੱਖੀਆਂ ਸੀਗੀਆਂ।